ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਜਨਮ 2 ਜੂਨ 1947 ਨੂੰ ਬਾਬਾ ਜੋਗਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਹੋਇਆ ਔਰ ਆਪ ਜੀ 5ਵੀਂ ਜਮਾਤ ਤੱਕ ਪੜ੍ਹੇ। ਮਹਾਂਪੁਰਖਾਂ ਦਾ ਗਹਿਰ ਗੰਭੀਰ ਤੇ ਵੀਰ ਰਸੀ ਸੁਭਾਅ ਸੀ। ਮਹਾਂਪੁਰਖਾਂ ਦਾ ਤੇਜ ਪ੍ਰਤਾਪ ਇੰਨਾ ਸੀ ਕਿ ਨਗਰ ਨਿਵਾਸੀ ਦੱਸਦੇ ਹੁੰਦੇ ਸਨ ਕਿ ਜਦੋਂ ਮਹਾਂਪੁਰਖ ਖੇਤਾਂ ਵਿੱਚੋਂ ਤੁਰੇ ਆਉਂਦੇ ਸਨ ਤਾਂ ਨਗਰ ਨਿਵਾਸੀ ਗੱਲਾਂ ਕਰਦੇ ਚੁੱਪ ਕਰ ਜਾਂਦੇ ਸਨ ਕਿ ਜਰਨੈਲ ਸਿੰਘ ਆ ਗਿਆ। ਉਹਨੇ ਕਹਿਣਾ ਕਿ ਤੁਸੀਂ ਬਾਣੀ ਨਹੀਂ ਪੜ੍ਹਦੇ, ਗੱਲਾਂ ਕਰੀ ਜਾਂਦੇ ਹੋ। ਇਸੇ ਤਰ੍ਹਾਂ ਨਗਰ ਨਿਵਾਸੀਆਂ ਦੇ ਵਿੱਚ ਮਹਾਂਪੁਰਖਾਂ ਦੀ ਜਿਹੜੀ ਆਤਮਕ ਰੂਹਾਨੀਅਤ ਸਮਰੱਥਾ ਸੀ ਉਹ ਵੀ ਪ੍ਰਗਟ ਹੁੰਦੀ ਜਾ ਰਹੀ ਸੀ, ਕਿਉਂਕਿ ਆਪ ਜੀ ਜਿੱਥੇ ਜਿਸ ਕਮਰੇ ਵਿੱਚ ਬੈਠ ਕੇ ਸਿਮਰਨ ਕਰਦੇ ਸਨ ਉੱਥੇ ਕਈ ਵਾਰੀ ਅਲੋਪ ਵੀ ਹੋ ਜਾਂਦੇ ਸਨ। ਇਹਨਾਂ ਗੱਲਾਂ ਨੂੰ ਮਹਾਂਪੁਰਖਾਂ ਦਾ ਪਰਿਵਾਰ ਭਲੀ ਭਾਂਤ ਜਾਣਦਾ ਸੀ। ਇਸੇ ਤਰ੍ਹਾਂ ਇੱਕ ਵਾਰੀ ਆਪ ਜੀ ਦੇ ਭਰਾਤਾ ਜੋ ਕਿ ਸ਼ਰਾਬ ਪੀਣ ਦੇ ਆਦੀ ਸਨ, ਉਹਨਾਂ ਨੇ ਇੱਕ ਦਿਨ ਸ਼ਰਾਬ ਪੀਤੀ ਅਤੇ ਆਪ ਜੀ ਦੇ ਸਨਮੁਖ ਆ ਖਲੋਏ। ਮਹਾਂਪੁਰਖਾਂ ਨੇ ਆਪਣੇ ਭਰਾਤਾ ਨੂੰ ਕਿਹਾ ਕਿ ਤੂੰ ਸ਼ਰਾਬ ਨਾ ਪੀਆ ਕਰ, ਸ਼ਰਾਬ ਛੱਡ ਦੇ। ਉਹਨਾਂ ਦੇ ਭਰਾਤਾ ਨੇ ਅੱਗਿਓਂ ਜਵਾਬ ਦਿੱਤਾ ਕਿ ਸ਼ਰਾਬ ਮੈਂ ਪੀਂਦਾ, ਤੈਨੂੰ ਕਿਉਂ ਸੂਲ ਹੁੰਦਾ। ਜਦੋਂ ਭਰਾਤਾ ਨੇ ਇਹ ਗੱਲ ਕਹੀ ਤਾਂ ਮਹਾਂਪੁਰਖਾਂ ਨੇ ਟੇਢੀ ਜਿਹੀ ਨਜ਼ਰ ਨਾਲ ਵੇਖ ਕੇ ਕਿਹਾ ਕਿ ਸੂਲ ਹੋਵੇ ਤੈਨੂੰ, ਮੈਨੂੰ ਕਿਉਂ ਹੋਵੇ। ਜਦੋਂ ਉਹਨਾਂ ਦੇ ਭਰਾਤਾ ਘਰ ਪਹੁੰਚੇ ਤਾਂ ਉਹ ਆਉਂਦੇ ਸਾਰ ਹੀ ਮੰਜੇ ਤੇ ਡਿੱਗ ਗਏ। ਉਹਨਾਂ ਨੂੰ ਸੂਲ ਹੋ ਗਿਆ। ਬੜਾ ਇਲਾਜ ਕਰਵਾਇਆ ਉਹਨਾਂ ਦੇ ਪਰਿਵਾਰ ਨੇ, ਪਰ ਕਿਸੇ ਵੀ ਦਵਾਈ ਨੇ ਕਾਟ ਨਾ ਕੀਤੀ। ਤੇ ਫਿਰ ਇਹ ਸਾਰੀ ਗੱਲ ਬਾਬਾ ਜੋਗਿੰਦਰ ਸਿੰਘ ਜੀ ਨੂੰ ਦੱਸੀ ਗਈ। ਉਹਨਾਂ ਨੇ ਕਿਹਾ, ਬੇਟਾ ਜਰਨੈਲ ਸਿੰਘਾ, ਤੇਰੇ ਹੀ ਬਚਨਾਂ ਨਾਲ ਇੰਜ ਹੋਇਆ ਹੈ ਤੇ ਤੂੰ ਕੋਈ ਅਰਦਾਸ ਬੇਨਤੀ ਕਰ, ਇਸ ਦੀ ਬੜੀ ਬੁਰੀ ਹਾਲਤ ਹੋ ਚੁੱਕੀ ਹੈ। ਫਿਰ ਮਹਾਂਪੁਰਖਾਂ ਨੇ ਆਪਣੇ ਭਰਾਤਾ ਨੂੰ ਕਿਹਾ ਕਿ ਉੱਠ ਕੇ ਖੜਾ ਹੋ, ਹਰਿਮੰਦਰ ਸਾਹਿਬ ਵੱਲ ਨੂੰ ਮੂੰਹ ਕਰਕੇ ਅਰਦਾਸ ਕਰ ਕਿ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵਾਂਗਾ ਤੇ ਫਿਰ ਤੈਨੂੰ ਸੂਲ ਵੀ ਕਦੀ ਨਹੀਂ ਹੋਵੇਗਾ, ਪਰ ਜੇ ਨਾ ਛੱਡੀ ਤੇ ਫਿਰ ਇਹ ਸੂਲ ਵੀ ਕਦੇ ਨਹੀਂ ਹਟੇਗਾ। ਫਿਰ ਉਹਨਾਂ ਦੇ ਭਰਾਤਾ ਨੇ ਉੱਠ ਕੇ ਹਰਿਮੰਦਰ ਸਾਹਿਬ ਵੱਲ ਨੂੰ ਮੁੱਖ ਕਰਕੇ ਅਰਦਾਸ ਕੀਤੀ ਅਤੇ ਉਹਨਾਂ ਦਾ ਸੂਲ ਉਸੇ ਵੇਲੇ ਹੀ ਹਟ ਗਿਆ। 2-4 ਹੋਰ ਵੀ ਉਹਨਾਂ ਦੇ ਅਧਿਆਤਮਕਵਾਦ ਦੇ ਬਚਨ ਆਪ ਜੀ ਨਾਲ ਸਾਂਝੇ ਕਰਦੇ ਹਾਂ। ਕਹਿੰਦੇ ਹਨ ਕਿ ਇੱਕ ਵਾਰੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਿੰਡਰੀ ਗਏ, ਭਿੰਡਰ ਕਲਾ ਨਗਰ ਵਿੱਚ, ਤੇ ਉੱਥੇ 2 ਪਰਿਵਾਰ ਰਹਿੰਦੇ ਸਨ। ਇੱਕ ਅੰਮ੍ਰਿਤਧਾਰੀ ਪਰਿਵਾਰ ਸੀ ਤੇ ਦੂਜਾ ਸ਼ਰਾਬੀ ਕਬਾਬੀ ਪਰਿਵਾਰ ਸੀ। ਸ਼ਰਾਬੀ ਪਰਿਵਾਰ ਦੇ ਬਜ਼ੁਰਗ ਨਾਲ ਅੰਮ੍ਰਿਤਧਾਰੀ ਪਰਿਵਾਰ ਦਾ ਬਜ਼ੁਰਗ ਗੱਲ ਕਰਨ ਲੱਗਾ ਕਿ ਤੁਸੀਂ ਕਦੀ ਖਿਆਲ ਕੀਤਾ ਕਿ ਸਾਡੀ ਜ਼ਮੀਨ ਤੁਹਾਡੀ ਜ਼ਮੀਨ ਨਾਲੋਂ ਘੱਟ ਹੈ, ਪਰ ਅਸੀਂ ਫਿਰ ਵੀ ਬਹੁਤ ਸੁਖੀ ਬਸਦੇ ਹਾਂ। ਤੁਹਾਡੀ ਜ਼ਮੀਨ ਬੜੀ ਹੈ ਪਰ ਕਲਾ ਕਲੇਸ਼ ਤੁਹਾਡੇ ਘਰ ਵਿੱਚ ਹੀ ਰਹਿੰਦਾ ਹੈ। ਕੀ ਤੁਸੀਂ ਕਦੇ ਇਸ ਗੱਲ ਦਾ ਖਿਆਲ ਕੀਤਾ ਹੈ? ਸ਼ਰਾਬੀ ਪਰਿਵਾਰ ਦਾ ਬਜ਼ੁਰਗ ਕਹਿਣ ਲੱਗਾ ਕਿ ਹਾਂ, ਇਹ ਗੱਲ ਤਾਂ ਹੈ, ਹੁਣ ਤੂੰ ਦੱਸ ਕੀ ਕਰੀਏ। ਉਹ ਕਹਿਣ ਲੱਗੇ ਕਿ ਮਹਾਂਪੁਰਖ ਪਿੰਡ ਵਿੱਚ ਆ ਰਹੇ ਨੇ ਤੇ ਤੁਸੀਂ ਕੋਈ ਸੇਵਾ ਕਰੋ ਲੰਗਰ ਵਿੱਚ। ਉਹਨਾਂ ਨੇ ਕਿਹਾ ਕਿ ਕਿਹੜੀ ਸੇਵਾ ਕਰੀਏ। ਅੰਮ੍ਰਿਤਧਾਰੀ ਪਰਿਵਾਰ ਦਾ ਬਜ਼ੁਰਗ ਕਹਿਣ ਲੱਗਾ ਕਿ ਜਿਹੜੀ ਮਰਜ਼ੀ ਸੇਵਾ ਕਰੋ, ਪਰ ਹੱਥੀ ਆਪਣੇ ਬੇਟੇ ਨੂੰ ਕਹਿ ਦਿਓ ਕਿ ਹੱਥੀ ਸੇਵਾ ਕਰੇ। ਉਸ ਬਜ਼ੁਰਗ ਦੇ ਬੇਟੇ ਦਾ ਨਾਮ ਤਰਸੇਮ ਸਿੰਘ ਸੀ। ਉਹ ਅੱਜ ਕੱਲ੍ਹ ਕੈਨੇਡਾ ਵਿੱਚ ਹੈ। ਜਦੋਂ ਮਹਾਂਪੁਰਖ ਨਗਰ ਵਿੱਚ ਆਏ ਤਾਂ ਉਸ ਨੇ ਰੱਜ ਕੇ ਸੇਵਾ ਕੀਤੀ ਅਤੇ ਦੀਵਾਨ ਦੇ ਆਖਰੀ ਦਿਨ ਅੰਮ੍ਰਿਤ ਸੰਚਾਰ ਵੀ ਹੋਇਆ। ਤਾਂ ਉਸ ਬਜ਼ੁਰਗ ਨੇ ਤਰਸੇਮ ਸਿੰਘ ਨੂੰ ਸੰਤਾਂ ਦੇ ਅੱਗੇ ਖੜਾ ਕਰ ਦਿੱਤਾ ਤੇ ਕਿਹਾ ਕਿ ਇਹਨਾਂ ਤੇ ਵੀ ਕਿਰਪਾ ਕਰੋ। ਪਰ ਸੰਤਾਂ ਨੇ ਕੇਵਲ ਇੰਨਾ ਹੀ ਬਚਨ ਕੀਤਾ ਕਿ ਸਿੰਘਾ, ਅੱਜ ਤੋਂ ਬਾਅਦ ਕੇਸ ਦਾੜਾ ਨਾ ਕਟਾਈ, ਅਤੇ ਉਸ ਤਰਸੇਮ ਸਿੰਘ ਨੇ ਸੰਤਾਂ ਦਾ ਹੁਕਮ ਮੰਨ ਲਿਆ। ਅਗਲੇ ਸਾਲ ਮਹਾਂਪੁਰਖ ਫਿਰ ਪਿੰਡ ਆਏ ਤਾਂ ਉਸ ਬਜ਼ੁਰਗ ਨੇ ਤਰਸੇਮ ਸਿੰਘ ਤੋਂ ਫਿਰ ਇਸੇ ਤਰ੍ਹਾਂ ਹੀ ਸੇਵਾ ਕਰਾਈ ਤੇ ਫਿਰ ਉਸ ਬਜ਼ੁਰਗ ਨੇ ਉਸ ਨੂੰ ਸੰਤਾਂ ਅੱਗੇ ਖੜਾ ਕਰ ਦਿੱਤਾ। ਤਾਂ ਸੰਤਾਂ ਨੇ ਕਿਹਾ ਕਿ ਸਿੰਘਾ, ਅੱਜ ਅੰਮ੍ਰਿਤ ਸੰਚਾਰ ਹੋਣਾ ਹੈ ਤੇ ਤੂੰ ਵੀ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ। ਪਰ ਉਹ ਤਰਸੇਮ ਸਿੰਘ ਨੇ ਅੱਗੋਂ ਨਾ ਕਰ ਦਿੱਤੀ ਅਤੇ ਕਿਹਾ ਕਿ ਮਹਾਰਾਜ, ਇਹ ਕੰਮ ਨਹੀਂ ਹੋਣਾ। ਤਾਂ ਮਹਾਂਪੁਰਖਾਂ ਨੇ ਪੁੱਛਿਆ, ਕਿਉਂ ਭਾਈ, ਇਹ ਕੰਮ ਕਿਉਂ ਨਹੀਂ ਹੋਣਾ? ਉਹ ਕਹਿਣ ਲੱਗਾ, ਮੈਂ ਲੋਕਾਂ ਵਰਗਾ ਬਨੌਟੀ ਅੰਮ੍ਰਿਤ ਨਹੀਂ ਛਕਣਾ ਕਿ ਅੰਮ੍ਰਿਤ ਵੀ ਛਕ ਲਵਾਂ ਤੇ ਸ਼ਰਾਬ ਵੀ ਪੀ ਜਾਵਾਂ। ਉਹ ਕਹਿਣ ਲੱਗਾ, ਮੈਂ ਸ਼ਰਾਬ ਛੱਡ ਨਹੀਂ ਸਕਦਾ, ਕਿਉਂਕਿ ਉਹ ਪਿਓ ਪੁੱਤ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਸੀ ਸ਼ਾਮਾਂ ਵੇਲੇ। ਉਹ ਕਹਿਣ ਲੱਗਾ, ਮਹਾਂਪੁਰਖੋ, ਸ਼ਰਾਬ ਨਹੀਂ ਛੁੱਟ ਸਕਦੀ। ਮਹਾਂਪੁਰਸ਼ ਕਹਿਣ ਲੱਗੇ, ਤੂੰ ਸਿਰਫ ਸਾਡਾ ਇੰਨਾ ਬਚਨ ਮੰਨ ਅਤੇ ਅੰਮ੍ਰਿਤ ਛਕ ਲੈ ਅਤੇ ਸ਼ਰਾਬ ਜਿੰਨੀ ਮਰਜ਼ੀ ਪੀ ਲਵੀਂ। ਸ਼ਰਾਬ ਦੀ ਤੈਨੂੰ ਕੋਈ ਮਨਾਹੀ ਨਹੀਂ ਕਰਦੇ। ਪਰ ਸੰਤਾਂ ਨੇ ਆਪਣੀ ਛਾਤੀ 'ਤੇ ਹੱਥ ਮਾਰ ਕੇ ਕਿਹਾ ਕਿ ਜੇ ਇੱਥੇ ਕੁਛ ਹੋਇਆ ਨਾ ਤਾਂ ਤੈਨੂੰ ਸ਼ਰਾਬ ਨਹੀਂ ਪੀਣ ਦਿਆਂਗਾ। ਸੰਤਾਂ ਨੇ ਇਹੋ ਜਿਹਾ ਬਚਨ ਅੱਗੇ ਪਹਿਲਾਂ ਕਦੀ ਨਹੀਂ ਕੀਤਾ ਸੀ। ਸੰਤਾਂ ਨੇ ਕਿਹਾ ਕਿ ਜੇ ਇੱਥੇ ਕੁਝ ਹੋਇਆ ਤਾਂ ਤੂੰ ਸ਼ਰਾਬ ਵੱਲ ਵੇਖੇਂਗਾ ਵੀ ਨਹੀਂ। ਉਸਨੇ ਬਚਨ ਮੰਨ ਲਿਆ ਅਤੇ ਗੁਰੂ ਵਾਲਾ ਬਣ ਗਿਆ ਕਿ ਦੇਖੀਏ ਤਾਂ ਸਹੀ ਕੀ ਹੁੰਦਾ ਹੈ। ਜਦੋਂ ਉਸਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਤਾਂ ਉਹ ਕਹਿਣ ਲੱਗਾ ਕਿ ਅੰਮ੍ਰਿਤ ਛਕਣ ਤੋਂ ਬਾਅਦ ਮੇਰੇ ਮਨ ਵਿੱਚ ਕਦੇ ਫੁਰਨਾ ਨਹੀਂ ਆਇਆ ਕਿ ਅਸੀਂ ਸ਼ਰਾਬ ਪੀਏ।
ਸੋ ਸੰਗਤ ਜੀ, ਇਹ ਗੁਰੂ ਕੇ ਪਿਆਰੇ ਦੀ ਸੰਗਤ ਦਾ ਲਾਭ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।